ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਜੇਲ੍ਹ ਦੇ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਖਰ ਰਣਨੀਤੀ ਕੀ ਹੈ। ਆਉਣ ਤੋਂ ਬਾਅਦ ਕਿ ਉਹ ਕਾਂਗਰਸ ਦੇ ਨਾਲ ਸਰਵਾਈਵ ਕਰਨਗੇ, ਕਾਂਗਰਸ ਦੇ ਨਾਲ ਰਹਿਣਗੇ ਜਾਂ ਫਿਰ ਇੱਕ ਵੱਖਰੀ ਪਾਰਟੀ ਦਾ ਗਠਨ ਕਰਨਗੇ। ਇਸ ਬਾਰੇ ਅੱਜ ਅਹਿਮ ਖੁਲਾਸਾ ਕੀਤਾ ਗਿਆਗਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ, ਜੋ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਸੀ। ਆਖਰ ਰਣਨੀਤੀ ਕੀ ਹੈ ਕਿ ਕਾਂਗਰਸ ਦੇ ਨਾਲ ਚੱਲਣਗੇ ਜਾਂ ਫਿਰ ਕਾਂਗਰਸ ਤੋਂ ਵੱਖ ਹੋਣਗੇ। ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ, ਜਿਸ ਦੀਆਂ ਕਿ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਹੈ। ਪਰਿਵਾਰਕ ਮੈਂਬਰਾਂ ਦੇ ਉੱਪਰ ਹੁਣ ਸਿਕੰਜਾ ਕੱਸਣਾ ਸ਼ੁਰੂ ਹੋਇਆ। ਜਿੱਥੇ ਪਹਿਲਾਂ ਈਡੀ ਦਾ ਸਿਕੰਜਾ ਕੱਸਿਆ ਗਿਆ ਸੀ, ਹੁਣ ਪੁਲਿਸ ਵੱਲੋਂ ਵੀ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ। ਸੋ ਕਿਸ ਪਰਿਵਾਰਕ ਮੈਂਬਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਿੰਨਾ ਕਾਰਨਾਂ ਕਰਕੇ ਇਹ ਮਾਮਲਾ ਦਰਜ ਹੋਇਆ ਹੈ ਤੇ ਇਸ ਮਾਮਲੇ ਦਾ ਚਰਨਜੀਤ ਸਿੰਘ ਚੰਨੀ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈਣ ਵਾਲਾ ਹੈ, ਇਸ ਬਾਰੇ ਵੀ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਰਾਸ਼ਟਰਪਤੀ ਦੀ ਚੋਣ ਦੀ, ਜਿਸ ਨੂੰ ਲੈ ਕੇ ਅੱਜ ਇੱਕ ਵੱਡਾ ਤੂਫਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਠਿਆ ਹੈ। ਪ੍ਰਧਾਨਗੀ ਦੀ ਕੁਰਸੀ ਹਿੱਲਣ ਲੱਗੀ ਆ, ਕਿਉਂਕਿ ਸੀਨੀਅਰ ਆਗੂ ਦੇ ਵੱਲੋਂ ਸਿੱਧੇ ਇਲਜ਼ਾਮ ਜਿੱਥੇ ਪਾਰਟੀ ਦੀ ਲੀਡਰਸ਼ਿਪ ਦੇ ਉੱਪਰ ਲਗਾਏ ਗਏ ਨੇ, ਉੱਥੇ ਹੀ ਪਾਰਟੀ ਦੀਆਂ ਨੀਤੀਆਂ ਨੂੰ ਵੀ ਟਾਰਗੇਟ ਕੀਤਾ ਗਿਆ। ਆਖਰ ਕਿਸ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ, ਕਿਸ ਨੇ ਟਾਰਗੇਟ ਕੀਤਾ ਸੀਨੀਅਰ ਲੀਡਰਸ਼ਿਪ ਨੂੰ ਤੇ ਕਿਸ ਤਰ੍ਹਾਂ ਦੇ ਹਾਲਾਤ ਹੁਣ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣ ਵਾਲੇ ਨੇ, ਉਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲਬਾਤ ਕਰੀਏ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਰੋਡ ਰੇਜ਼ ਮਾਮਲੇ ਦੇ ਵਿੱਚ ਆਪਣੀ 1 ਸਾਲ ਦੀ ਸਜ਼ਾ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੱਟ ਰਹੇ ਨੇ, ਜਿੱਥੇ ਕਿ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਸਹਿਯੋਗੀ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨੀ ਗਏ ਸੀ ਤੇ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਅਹਿਮ ਬਿਆਨ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਸੀ ਸੋ ਉਹਨਾਂ ਦੀ ਰਣਨੀਤੀ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ ਨੇ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਲਗਾਤਾਰ ਸੀਨੀਅਰ ਲੀਡਰਾਂ ਨੂੰ ਮਿਲਣ ਤੋਂ ਇਨਕਾਰ ਕਰ ਰਹੇ ਨੇ, ਚਾਹੇ ਉਹ ਸੁਖੀ ਰੰਧਾਵਾ ਦੀ ਗੱਲ ਕਰੀਏ, ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਡਿਪਟੀ ਸੀਐਮ ਵੀ ਰਹੇ ਨੇ, ਭਾਵੇਂ ਪ੍ਰਧਾਨ ਸਾਹਿਬ ਰਾਜਾ ਵੜਿੰਗ ਦੀ ਗੱਲ ਕਰੀਏ, ਉਹਨਾਂ ਨੂੰ ਵੀ ਮਿਲਣ ਤੋਂ ਇੱਕ ਬਹਾਨਾ ਲਾ ਕੇ ਇਨਕਾਰ ਕਰ ਦਿੱਤਾ ਗਿਆ ਸੀ। ਸੋ ਜਿਸ ਤੋਂ ਬਾਅਦ ਕਿਆਸ ਰਾਈਆਂ ਇਹ ਲਗਾਈਆਂ ਜਾ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਮਨ ਬਣਾ ਲਿਆ ਗਿਆ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ। ਲੇਕਿਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ। ਤਕਰੀਬਨ 1 ਤੋਂ 1.5 ਘੰਟਾ ਤੱਕ ਉਹਨਾਂ ਦੀ ਮੁਲਾਕਾਤ ਹੋਈ, ਜਿੱਥੇ ਕਿ ਉਹਨਾਂ ਦੇ ਨਾਲ ਵਿਸਥਾਰ ਦੇ ਨਾਲ ਹਰ ਇੱਕ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਸੀ ਤੇ ਨਾਲ ਹੀ ਨਾਲ ਚੜ੍ਹਦੀ ਕਲਾ ਦੀ ਗੱਲ ਕੀਤੀ ਸੀ ਕਿ ਚੜ੍ਹਦੀ ਕਲਾ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ। ਅੱਜ ਇੱਕ ਨਿੱਜੀ ਚੈਨਲ ਜਦੋਂ ਇੰਟਰਵਿਊ ਦੌਰਾਨ ਉਹਨਾਂ ਤੋਂ ਪੁੱਛਿਆ ਗਿਆ ਕਿ ਜਿਸ ਤਰ੍ਹਾਂ ਕਿਸੇ ਹਾਲਾਤ ਦੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਦੇ ਵਿੱਚ ਬਣੇ ਹੋਏ ਸੀ, ਕਿਉਂਕਿ ਲਗਾਤਾਰ ਇਲਜ਼ਾਮ ਉਹਨਾਂ ਦੇ ਉੱਪਰ ਲੱਗ ਰਹੇ ਸੀ ਕਿ ਉਹ ਪਾਰਟੀ ਦੇ ਵਿੱਚ ਰਹਿ ਕੇ ਇੱਕ ਵੱਖਰਾ ਧੜਾ ਪਾਰਟੀ ਦੇ ਪੈਰਲਰ ਚਲਾ ਰਹੇ ਨੇ, ਭਾਵ ਕਿ ਪਾਰਟੀ ਦੇ ਵਿੱਚ ਧੜੇਬੰਦੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਾਰਟੀ ਨੂੰ ਬਖੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਧੜੇਬੰਦੀ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੀ ਕਿ ਪ੍ਰੋੜਤਾ ਇੱਕ ਲੈਟਰ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਵੀ ਕੀਤੀ ਗਈ ਸੀ, ਜਿੱਥੇ ਕਿ ਉਹਨਾਂ ਦੇ ਉੱਪਰ ਅਨੁਸ਼ਾਸਨੀ ਕਾਰਵਾਈ ਕਰਨ ਦੇ ਲਈ ਹਾਈ ਕਮਾਨ ਤੱਕ ਨੂੰ ਲਿਖ ਦਿੱਤਾ ਗਿਆ ਸੀ। ਭਾਵੇਂ ਕਿ ਹਾਈ ਕਮਾਨ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਫੈਸਲਾ ਨਹੀਂ ਲਿੱਤਾ ਗਿਆ, ਅਨੁਸ਼ਾਸਨੀ ਕਮੇਟੀ ਦੇ ਕੋਲੇ ਉਹਨਾਂ ਦੀ ਸ਼ਿਕਾਇਤ ਜ਼ਰੂਰ ਪਹੁੰਚ ਚੁੱਕੀ ਸੀ, ਲੇਕਿਨ ਇਸ ਤੋਂ ਪਹਿਲਾਂ ਕਿ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਜਾਂ ਫਿਰ ਹਾਈ ਕਮਾਨ ਦੇ ਵੱਲੋਂ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸਖਤ ਫੈਸਲਾ ਆਉਂਦਾ, ਉਸ ਤੋਂ ਪਹਿਲਾਂ ਹੀ ਉਹ ਰੋਡ ਰੇਜ਼ ਮਾਮਲੇ ਦੇ ਵਿੱਚ ਜੇਲ੍ਹ ਚਲੇ ਗਏ। ਸੋ ਹੁਣ ਇੱਕ ਅਹਿਮ ਬਿਆਨ ਜੋ ਅੱਜ ਆਇਆ, ਜਿਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਅੱਜ ਦੀ ਘੜੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਿਪਾਹ ਸਲਾਰ ਨੇ, ਕਾਂਗਰਸ ਦੇ ਸਿਪਾਹੀ ਨੇ, ਕਾਂਗਰਸ ਦੇ ਵਰਕਰ ਨੇ ਅਤੇ ਕਾਂਗਰਸ ਦੇ ਨਾਲ ਰਲ ਕੇ ਚੱਲ ਰਹੇ ਨੇ। ਲੇਕਿਨ ਨਾਲ ਹੀ ਨਾਲ ਉਹਨਾਂ ਨੇ ਸ਼ੰਕੇ ਵੀ ਜ਼ਾਹਿਰ ਕੀਤੇ ਨੇ। ਸੋ ਜਿੱਥੇ ਉਹਨਾਂ ਨੇ ਕਿਹਾ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਮੁਲਾਕਾਤ ਦੇ ਵਿੱਚ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਨੇ, ਉਹਨਾਂ ਦੇ ਮਤਭੇਦ ਪਾਰਟੀ ਦੇ ਨਾਲ ਜ਼ਰੂਰ ਸੀਗੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਪਰ ਕਾਰਵਾਈ ਕਰਨ ਦੇ ਲਈ ਉਹ ਹਾਈ ਕਮਾਂਡ ਨੂੰ ਅਕਸਰ ਕਹਿ ਦਿੰਦੇ ਸੀ, ਪਾਰਟੀ ਵੱਲੋਂ ਉਹਨਾਂ ਵਿਰੁੱਧ ਕਾਰਵਾਈ ਨਹੀਂ ਕੀਤੀ,
ਜਿਹੜੇ ਕਿ ਲੋਕ ਹੁਣ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਕੇ ਕਾਂਗਰਸ ਦਾ ਹੀ ਨੁਕਸਾਨ ਕਰ ਰਹੇ ਨੇ। ਜਿਨ੍ਹਾਂ ਲੋਕਾਂ ਦੀ ਬਦੌਲਤ ਮਤਭੇਦ ਉੱਭਰੇ ਸੀਗੇ ਨਵਜੋਤ ਸਿੰਘ ਸਿੱਧੂ ਅਤੇ ਹਾਈ ਕਮਾਨ ਦੇ ਵਿੱਚ, ਉਹ ਲੋਕ ਪਾਰਟੀ ਛੱਡ ਕੇ ਤਕਰੀਬਨ ਜਾ ਚੁੱਕੇ ਨੇ। ਤੇ ਬਾਕੀ ਉਹਨਾਂ ਨੇ ਕਿਹਾ ਵੀ ਮੈਂ ਮੁੱਦਿਆਂ ਦੀ ਗੱਲ ਪਹਿਲਾਂ ਵੀ ਕੀਤੀ ਸੀ ਤੇ ਹੁਣ ਵੀ ਮੁੱਦਿਆਂ ਦੀ ਗੱਲ ਕਰਦਾ ਰਹਾਂਗਾ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਫਿਲਹਾਲ ਕਾਂਗਰਸ ਦੇ ਨਾਲ ਹੀ ਚੱਲ ਰਹੇ ਨੇ, ਉਹ ਕਾਂਗਰਸ ਦੇ ਹੀ ਵਰਕਰ ਨੇ, ਕਾਂਗਰਸ ਦੇ ਹੀ ਸਿਪਾਹੀ ਨੇ। ਲੇਕਿਨ ਸ਼ੰਕੇ, ਜਿਵੇਂ ਅਸੀਂ ਤੁਹਾਨੂੰ ਦੱਸਿਆ, ਸ਼ੰਕੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਦੇ ਵਿੱਚ ਸਾਫ਼ ਦਿਖਾਈ ਦਿੱਤੇ, ਜਿੱਥੇ ਉਹ ਕਹਿੰਦੇ ਹੋਏ ਨਜ਼ਰ ਆਏ ਕਿ ਜਿੰਨਾ ਚਿਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਚਿਰ ਉਹ ਕਾਂਗਰਸ ਦੇ ਨਾਲ ਹੀ ਖੜੇ ਨੇ, ਕਾਂਗਰਸ ਦੇ ਸਿਪਾਹੀ ਬਣ ਕੇ ਹੀ ਚੱਲ ਰਹੇ ਨੇ। ਲੇਕਿਨ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਦੀ ਰਣਨੀਤੀ ਕੀ ਹੋ ਸਕਦੀ ਹੈ, ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਭਾਵ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਣਗੇ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਰਾਜਨੀਤਿਕ ਰਣਨੀਤੀ ਕੀ ਹੋਏਗੀ, ਇਸ ਬਾਰੇ ਬੋਲਣ ਤੇ ਚੁੱਪੀ ਵੱਟਦੇ ਨਜ਼ਰ ਆਏ ਕਿ ਨਹੀਂ ਕਹਿ ਸਕਦੇ ਉਹ ਕਾਂਗਰਸ ਦੇ ਨਾਲ ਰਹਿਣਗੇ ਜਾਂ ਫਿਰ ਕਾਂਗਰਸ ਦੇ ਅਲੱਗ ਹੋ ਕੇ ਵੱਖਰੀ ਪਾਰਟੀ ਬਣਾਉਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਣਗੇ। ਉਹਨਾਂ ਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਕਲੀਅਰ ਹੈ ਵੀ ਕੁਝ ਗੱਲਾਂ ਜ਼ਰੂਰ ਹੋਈਆਂ ਹੋਣਗੀਆਂ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਦੀਆਂ ਇਸ ਮੁਲਾਕਾਤ ਦੇ ਵਿੱਚ, ਜਿੱਥੋਂ ਪ੍ਰਤਾਪ ਸਿੰਘ ਬਾਜਵਾ ਦੇ ਮਨ ਦੇ ਵਿੱਚ ਵੀ ਕੁਝ ਸ਼ੰਕੇ, ਕੁਝ ਬਲਬਲੇ ਪੈਦਾ ਹੋ ਗਏ ਨੇ ਤੇ ਕਲੀਅਰਲੀ ਇਹ ਗੱਲ ਨਹੀਂ ਕਹਿ ਸਕੇ ਉਹ ਮੀਡੀਆ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਨਾਲ ਬਣ ਕੇ ਚੱਲਣਗੇ, ਕਾਂਗਰਸ ਪਾਰਟੀ ਨੂੰ ਸਰਵਾਈਵ ਕਰਨ ਦੇ ਵਿੱਚ, ਕਾਂਗਰਸ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਭੂਮਿਕਾ ਦੇ ਵਿੱਚ ਆਉਣਗੇ, ਕਾਂਗਰਸ ਦੀ ਮਦਦ ਕਰਨਗੇ। ਸੋ ਸ਼ੰਕੇ, ਚਰਚਾਵਾਂ ਜਨਮ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਸ ਬਿਆਨ ਤੋਂ ਬਾਅਦ, ਜਿਸ ਵਿੱਚ ਕਲੀਅਰ ਪ੍ਰਤਾਪ ਸਿੰਘ ਬਾਜਵਾ ਦੇ ਮਨ ਦੀ ਆਵਾਜ਼ ਆਈ ਸੀ, ਦਿਲ ਦੀ ਆਵਾਜ਼ ਸੀ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਏ ਸੀ ਕਿ ਜਦੋਂ ਤੱਕ ਜੇਲ੍ਹ 'ਚ ਬੰਦ ਨੇ ਉਦੋਂ ਤੱਕ ਠੀਕ ਹੈ, ਲੇਕਿਨ ਜਦੋਂ ਉਹ ਜੇਲ੍ਹ ਤੋਂ ਬਾਹਰ ਆ ਗਏ ਕਿ ਉਹ ਕਾਂਗਰਸ ਦੇ ਵਿੱਚ ਰਹਿਣਗੇ ਜਾਂ ਕਾਂਗਰਸ ਤੋਂ ਬਾਹਰ ਜਾਣਗੇ, ਇਸ ਬਾਰੇ ਤਾਂ ਨਵਜੋਤ ਸਿੰਘ ਸਿੱਧੂ ਹੀ ਦੱਸ ਸਕਦੇ ਨੇ। ਭਾਵ ਕਿ ਗੱਲ ਅੰਦਰੂਨੀ ਗੱਲ ਕੁਝ ਹੋਰ ਹੈ, ਦਿਖਾਇਆ ਕੁਝ ਹੋਰ ਜਾ ਰਿਹਾ ਹੈ। ਭਾਵ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੋਣਗੀਆਂ, ਕੁਝ ਇਸ ਤਰ੍ਹਾਂ ਦੇ ਰਾਜ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਾਂਝੇ ਕੀਤੇ ਹੋਣਗੇ, ਜਿਨ੍ਹਾਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਵੀ ਸ਼ੰਕਾਵਾਂ ਦੇ ਘੇਰੇ ਦੇ ਵਿੱਚ ਘਿਰਦੇ ਹੋਏ ਨਜ਼ਰ ਆਏ ਨੇ। ਸੋ ਹੁਣ ਜਦੋਂ ਰੋਡ ਰੇਜ਼ ਮਾਮਲੇ ਦੇ ਵਿੱਚ ਉਹ ਆਪਣੀ ਤਕਰੀਬਨ ਜਿਹੜੀ 8 ਤੋਂ 9 ਮਹੀਨਿਆਂ ਦੀ ਸਜ਼ਾ ਬਣੇਗੀ ਕੱਟ ਕੇ ਬਾਹਰ ਆਉਣਗੇ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੀ ਆ ਕੇ ਆਪਣੇ ਪੱਤੇ ਖੋਲਣਗੇ ਕਿ ਉਹ ਆਪਣੀ ਮੂਵਮੈਂਟ ਨੂੰ, ਰਾਜਨੀਤਿਕ ਮੂਵਮੈਂਟ ਨੂੰ ਕਿਸ ਤਰ੍ਹਾਂ ਚਲਾਉਣਗੇ, ਕਿ ਉਹ ਕਾਂਗਰਸ ਦੇ ਨਾਲ ਚੱਲਣਗੇ, ਕਿਉਂਕਿ ਜਿਨ੍ਹਾਂ ਲੋਕਾਂ ਦਾ ਵਿਰੋਧ ਉਹ ਲਗਾਤਾਰ ਕਰਦੇ ਆ ਰਹੇ ਸੀ, ਜਿਹੜੀਆਂ ਨੀਤੀਆਂ ਦੀ ਲਗਾਤਾਰ ਉਹ ਪੜਚੋਲ ਕਰਦੇ ਆ ਰਹੇ ਸੀ, ਜਿਨ੍ਹਾਂ ਨੀਤੀਆਂ ਦੀ ਉਹ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਸੀ ਕਿ ਇਹ ਨੀਤੀਆਂ ਲਾਗੂ ਹੋਣਾ ਚਾਹੀਦੀਆਂ ਨੇ ਜੇਕਰ ਕਾਂਗਰਸ ਨੇ ਸਰਵਾਈਵ ਕਰਨਾ, ਕਾਂਗਰਸ ਨੇ ਪੈਰਾਂ ਸਿਰ ਖੜਾ ਹੋਣਾ ਹੈ, ਕਿ ਉਹਨਾਂ ਦੀਆਂ ਹੁਣ ਇਹ ਮੰਗਾਂ ਮੰਨੀਆਂ ਜਾਣਗੀਆਂ ਜਾਂ ਫਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਅਲਵਿਦਾ ਕਹਿ ਦੇਣਗੇ। ਇਸ ਤਾਂ ਸਾਰੇ ਸਵਾਲਾਂ ਦਾ ਜਵਾਬ ਲਈ ਤਾਂ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਹੁਣ ਰਿਹਾਈ ਤੱਕ ਦੀ ਉਡੀਕ ਕਰਨੀ ਪਵੇਗੀ। ਦੂਸਰੇ ਪਾਸੇ ਇੱਕ ਹੋਰ ਚਿੰਤਾ ਭਰੀ ਖਬਰ ਕਾਂਗਰਸ ਦੇ ਲਈ, ਜਿੱਥੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਚਿੰਤਾਵਾਂ ਦੇ ਵਿੱਚ, ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਹੈ, ਕਿਉਂਕਿ ਜਦੋਂ ਤੋਂ ਉਹ ਕੁਰਸੀ ਤੋਂ ਲਾਂਭੇ ਹੋਏ ਨੇ, ਭਾਵ ਕਾਂਗਰਸ ਸੱਤਾ ਤੋਂ ਬਾਹਰ ਹੋਈ ਹੈ, ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਆਉਂਦੇ ਐਲਾਨ ਕਰ ਦਿੱਤਾ ਸੀ ਵੀ ਅਸੀਂ ਕਰਪਸ਼ਨ ਦੇ ਮਾਮਲੇ ਉੱਪਰ ਕਿਸੇ ਵੀ ਨੂੰ ਵੀ ਨਹੀਂ ਬਖਸ਼ਾਂਗੇ। ਪਿਛਲੇ ਦਿਨਾਂ ਦੇ ਵਿੱਚ ਜਿਸ ਵੱਲੋਂ ਵੀ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਗਿਆ, ਪੰਜਾਬ ਦਾ 1 ਰੁਪਇਆ ਵੀ ਜਿਸ ਬੰਦੇ ਵੱਲੋਂ ਲੁੱਟਿਆ ਗਿਆ ਹੈ, ਉਹ ਭਾਵੇਂ ਮੰਤਰੀ ਹੋਵੇ, ਭਾਵੇਂ ਵਿਧਾਇਕ ਹੋਵੇ ਜਾਂ ਫਿਰ ਵਰਕਰ ਹੋਵੇ ਜਾਂ ਫਿਰ ਅਫਸਰ ਹੋਵੇ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਕਿਉਂ ਨਾ ਹੋਵੇ, ਉਸ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਪੀਏ ਤੇ ਉਹਨਾਂ ਦੇ ਭਾਣਜੇ ਭੁਪਿੰਦਰ ਹਨੀ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਉਦੋਂ ਹੋਇਆ ਸੀ ਜਦੋਂ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਾਈਨਿੰਗ ਦੇ ਇਲਜ਼ਾਮ ਲਗਾ ਕੇ। ਉਹਨਾਂ ਦੇ ਵੱਲੋਂ ਜਦੋਂ ਵਿਜੀਲੈਂਸ ਦੇ ਵੱਲੋਂ, ਈਡੀ ਦੇ ਵੱਲੋਂ ਉਹਨਾਂ ਦੇ ਘਰ ਰੇਡ ਹੋਈ ਸੀ ਤਾਂ ਤਕਰੀਬਨ ਕਰੋੜਾਂ ਰੁਪਏ, 10 ਕਰੋੜ ਤੋਂ ਜ਼ਿਆਦਾ ਦੀ ਰਕਮ ਸੀ ਉਹ ਜਿਹੜੀ ਭੁਪਿੰਦਰ ਹਨੀ ਦੇ ਘਰ ਚੋਂ ਬਰਾਮਦ ਹੋਈ ਸੀ, ਜਿਸ ਬਾਰੇ ਕਿ ਭੁਪਿੰਦਰ ਹਨੀ ਕੁਝ ਵੀ ਦੱਸਣ ਤੋਂ ਅਸਮਰਥ ਸੀ। ਸਿਰਫ ਇਹ ਕਹਿੰਦਾ ਨਜ਼ਰ ਆਇਆ ਸੀ ਕਿ ਇਹ ਮੇਰੇ ਪੈਸੇ ਨੇ, ਲੇਕਿਨ ਇੰਨੇ ਪੈਸੇ ਆਏ ਕਿੱਥੋਂ ਨੇ, ਕਿਸ ਨੇ ਦਿੱਤੇ ਨੇ, ਇਸ ਬਾਰੇ ਉਹਨਾਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਗਿਆ ਸੀ। ਚਰਚਾਵਾਂ ਇਹ ਚੱਲ ਪਈਆਂ ਸੀ ਭੁਪਿੰਦਰ ਹਨੀ ਜੋ ਕਿ ਬੜੇ ਨਜ਼ਦੀਕੀ ਸੀਗੇ
ਚਰਨਜੀਤ ਸਿੰਘ ਚੰਨੀ ਦੇ, ਉਹਨਾਂ ਦੇ ਪੀਏ ਵੀ ਸੀਗੇ ਵੀ ਇਹ ਪੈਸਾ ਜੋ ਹੈ ਉਹ ਚਰਨਜੀਤ ਸਿੰਘ ਚੰਨੀ ਦਾ ਹੈ ਅਤੇ ਭੁਪਿੰਦਰ ਹਨੀ ਦੇ ਘਰ ਇਸ ਪੈਸੇ ਨੂੰ ਛੁਪਾ ਕੇ ਰੱਖਿਆ ਗਿਆ। ਵਿਰੋਧੀ ਧਿਰਾਂ ਇਹ ਵੀ ਇਲਜ਼ਾਮ ਲਗਾਉਂਦੀਆਂ ਨਜ਼ਰ ਆਈਆਂ ਸੀ ਵੀ ਇਹ ਉਹ ਪੈਸਾ ਹੈ ਜਿਹੜਾ ਨਜਾਇਜ਼ ਮਾਈਨਿੰਗ ਤੋਂ ਕਮਾਇਆ ਗਿਆ ਹੈ। ਸੋ ਭਾਵੇਂ ਕਿ ਉਸ ਸਮੇਂ ਚਰਨਜੀਤ ਸਿੰਘ ਚੰਨੀ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਖਤੀ ਨਹੀਂ ਕੀਤੀ ਗਈ, ਉਹਨਾਂ ਦੇ ਉੱਪਰ ਕੋਈ ਮਾਮਲਾ ਵੀ ਦਰਜ ਨਹੀਂ ਹੋਇਆ ਸੀਗਾ ਤੇ ਪੁੱਛਗਿੱਛ ਵੀ ਨਹੀਂ ਕੀਤੀ ਗਈ ਸੀ। ਚਰਚਾਵਾਂ ਇਹ ਜ਼ਰੂਰ ਸੀ ਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ, ਲੇਕਿਨ ਲਗਾਤਾਰ ਰਡਾਰ ਤੇ ਚਰਨਜੀਤ ਸਿੰਘ ਚੰਨੀ ਵੀ ਬਣੇ ਹੋਏ ਸੀ। ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਉਹਨਾਂ ਦੇ ਵੱਲੋਂ ਬਿਆਨ ਆ ਰਹੇ ਸੀਗੇ ਵੀ ਹੋ ਸਕਦਾ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ, ਕਿਉਂਕਿ ਜਾਂਚਾਂ ਦੀ ਹਵਾਲਾ ਦਿੰਦੇ ਹੋਏ ਨਜ਼ਰ ਆਏ ਸੀ ਵੀ ਜਾਂਚਾਂ ਕਈ ਵਿਭਾਗਾਂ ਦੇ ਖੁੱਲ੍ਹ ਚੁੱਕੇ ਨੇ ਤੇ ਉਹਨਾਂ ਵਿੱਚ ਜਿਸ ਦੀ ਵੀ ਇਨਵੋਲਵਮੈਂਟ ਹੋਏਗੀ ਉਹਨਾਂ ਦੇ ਉੱਪਰ ਜ਼ਰੂਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਲੇਕਿਨ ਅੱਜ ਇੱਕ ਅਹਿਮ ਮਾਮਲਾ ਦਰਜ ਕੀਤਾ ਗਿਆ ਭੁਪਿੰਦਰ ਹਨੀ ਦੇ ਉੱਪਰ, ਜੋ ਕਿ ਚਰਨਜੀਤ ਸਿੰਘ ਚੰਨੀ ਦੇ ਪਹਿਲਾਂ ਸੇ ਭਾਣਜੇ ਨੇ ਤੇ ਪੀਏ ਵੀ ਰਹਿ ਚੁੱਕੇ ਨੇ। ਮਾਮਲਾ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤੇ ਮਾਮਲਾ ਨਵਾਂ ਸ਼ਹਿਰ ਦੇ ਵਿੱਚ ਦਰਜ ਕੀਤਾ ਗਿਆ। ਇਸ ਦੇ ਵਿੱਚ ਇਹ ਗੱਲ ਕਹਿੰਦੇ ਹੋਏ ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਸਿੱਟ ਤਿਆਰ ਕੀਤੀ ਗਈ ਸੀ ਮਾਈਨਿੰਗ ਨੂੰ ਲੈ ਕੇ, ਨਜਾਇਜ਼ ਮਾਈਨਿੰਗ ਨੂੰ ਲੈ ਕੇ, ਜੋ ਕਿ ਨਵਾਂ ਸ਼ਹਿਰ ਦੇ ਵਿੱਚ ਕਾਰਜਕਾਲ ਜਦੋਂ ਚਰਨਜੀਤ ਸਿੰਘ ਚੰਨੀ ਸਰਕਾਰ ਦਾ ਚੱਲ ਰਿਹਾ ਸੀ, ਜੋ ਨਜਾਇਜ਼ ਮਾਈਨਿੰਗ ਹੋਈ ਸੀ ਉਸ ਵਾਸਤੇ ਉਹਦੀ ਜਾਂਚ ਪੜਤਾਲ ਦੇ ਵਾਸਤੇ ਇੱਕ ਸਿੱਟ ਤਿਆਰ ਕੀਤੀ ਗਈ ਸੀ। ਉਸਨੇ ਪੂਰੀ ਇਨਕੁਆਇਰੀ ਕੀਤੀ ਤੇ ਦੂਸਰੇ ਪਾਸੇ ਈਡੀ ਦੀ ਪੁੱਛਗਿੱਛ ਦੇ ਵਿੱਚ ਵੀ ਇਸ ਨਜਾਇਜ਼ ਮਾਈਨਿੰਗ ਦਾ ਬਾਰੇ ਵੱਡਾ ਖੁਲਾਸਾ ਕੀਤਾ ਗਿਆ ਸੀ। ਜਦੋਂ ਈਡੀ ਦੇ ਰਡਾਰ ਦੇ ਉੱਪਰ ਸੀ, ਈਡੀ ਦੇ ਸਿਕੰਜੇ ਵਿੱਚ ਸੀ, ਤਾਂ ਪੁੱਛਗਿੱਛ ਵਿੱਚ ਇਸ ਨਜਾਇਜ਼ ਮਾਈਨਿੰਗ ਦੀ ਗੱਲ ਕਬੂਲਦੇ ਹੋਏ ਨਜ਼ਰ ਆਏ ਸੀ, ਜਿਵੇਂ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਪੁੱਜੀ ਹੈ। ਹੁਣ ਦੂਸਰੇ ਪਾਸੇ ਸਿੱਟ ਦੀ ਜਾਂਚ ਪੜਤਾਲ ਤੇ ਈਡੀ ਦੀ ਜਾਂਚ ਪੜਤਾਲ ਦੇ ਵਿੱਚ ਇਸ ਨਜਾਇਜ਼ ਮਾਈਨਿੰਗ ਦੀ ਗੱਲ ਸਾਹਮਣੇ ਆਈ, ਤਾਂ ਜਿੱਥੇ ਭੁਪਿੰਦਰ ਹਨੀ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ, ਨਾਲ ਹੀ ਨਾਲ ਉੱਥੇ ਦੋ ਹੋਰ ਵਿਅਕਤੀਆਂ ਵਿਰੁੱਧ ਵੀ ਨਜਾਇਜ਼ ਮਾਈਨਿੰਗ ਦਾ ਇਹ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਮਾਈਨਿੰਗ ਵਿਭਾਗ ਵੱਲੋਂ ਵੀ ਇਸ ਗੱਲ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਹੈ, ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਜ਼ਰੂਰ ਹੋਈ ਸੀ। ਸੋ ਇੱਕ ਵਾਰ ਫਿਰ ਤੋਂ ਹੁਣ ਸਿਕੰਜਾ ਚਰਨਜੀਤ ਸਿੰਘ ਚੰਨੀ ਦੇ ਦੁਆਲੇ ਵੀ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਨਜਾਇਜ਼ ਮਾਈਨਿੰਗ ਵਿਭਾਗ ਵੀ ਮੰਨ ਰਿਹਾ ਹੈ, ਈਡੀ ਦੇ ਖੁਲਾਸੇ ਵੀ ਨੇ ਤੇ ਨਾਲ ਸਿੱਟ ਦੀ ਰਿਪੋਰਟ ਕਹਿੰਦੀ ਹੈ ਵੀ ਨਜਾਇਜ਼ ਮਾਈਨਿੰਗ ਹੋਈ ਹੈ ਤੇ ਨਜਾਇਜ਼ ਮਾਈਨਿੰਗ ਕਰਵਾਈ ਕਿਹਦੇ ਵੱਲੋਂ ਗਈ ਹੈ, ਉਹਦੇ ਵਿੱਚ ਹੁਣ ਜੋ ਮਾਮਲਾ ਹੈ ਉਹ ਭੁਪਿੰਦਰ ਹਨੀ ਅਤੇ ਉਸਦੇ ਦੋ ਸਾਥੀਆਂ ਦੇ ਖਿਲਾਫ ਦਰਜ ਕਰ ਲਿਆ ਗਿਆ। ਸੋ ਜਦੋਂ ਹੁਣ ਅੱਗੇ ਰਿਮਾਂਡ ਤੇ ਜਾਣਗੀ, ਗ੍ਰਿਫਤਾਰੀ ਹੋਏਗੀ, ਤਾਂ ਹੋ ਸਕਦਾ ਹੈ ਵੱਡੇ ਖੁਲਾਸੇ ਹੋ ਜਾਣ, ਕਿਉਂਕਿ ਮੁੱਖ ਮੰਤਰੀ ਦੀ ਰਹਿਨੁਮਾਈ ਤੋਂ ਬਿਨਾਂ ਜਾਂ ਉਹਨਾਂ ਦੀ ਦੇਖ ਰੇਖ ਤੋਂ ਬਿਨਾਂ ਹੋ ਨਹੀਂ ਸਕਦਾ ਵੀ ਇਸ ਤਰ੍ਹਾਂ ਦੀ ਨਜਾਇਜ਼ ਮਾਈਨਿੰਗ ਹੋਈ, ਜਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹੀ ਪੀਏ ਦੀ ਕਾਰਜਸ਼ੈਲੀ ਬਾਰੇ ਨਾ ਪਤਾ ਹੋਵੇ ਵੀ ਆਖਰ ਉਹਨਾਂ ਦਾ ਪੀਆ ਤੇ ਉਹਨਾਂ ਪੀਏ ਤੇ ਉਹਨਾਂ ਦਾ ਭਾਣਜਾ ਪਰਿਵਾਰਕ ਮੈਂਬਰ ਆਖਰ ਕਰ ਕੀ ਰਿਹਾ ਤੇ ਪੈਸਾ ਆ ਕਿੱਥੋਂ ਰਿਹਾ, ਜੋ ਪੈਸਾ ਹਨੀ ਦੇ ਘਰ ਤੋਂ ਬਰਾਮਦ ਕੀਤਾ ਗਿਆ ਸੀ। ਸੋ ਵੱਡੇ ਖੁਲਾਸੇ ਹੋਣ ਦੀ ਉਮੀਦ ਜ਼ਰੂਰ ਹੈ ਜਦੋਂ ਕਿ ਹੁਣ ਕਾਰਵਾਈ ਹੋਏਗੀ, ਗ੍ਰਿਫਤਾਰੀ ਹੋਏਗੀ, ਰਿਮਾਂਡ ਦੇ ਉੱਪਰ ਪੁੱਛਗਿੱਛ ਕੀਤੀ ਜਾਏਗੀ। ਸੋ ਸਾਫ਼ ਨਜ਼ਰ ਆ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਲਗਭਗ ਤੈਅ ਨਜ਼ਰ ਆ ਰਿਹਾ, ਭਾਵੇਂ ਕਿ ਚਰਨਜੀਤ ਸਿੰਘ ਚੰਨੀ ਇਸ ਸਮੇਂ ਵਿਦੇਸ਼ ਦੇ ਵਿੱਚ ਬੈਠੇ ਨੇ, ਲੇਕਿਨ ਜਦੋਂ ਤੱਕ ਉਹਨਾਂ ਦੀ ਵਾਪਸੀ ਹੋਏਗੀ, ਵਤਨ ਵਾਪਸੀ ਹੋਏਗੀ, ਹੋ ਸਕਦਾ ਉਦੋਂ ਤੱਕ ਕਿਸੇ ਵੱਡੇ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਨਜ਼ਰ ਆਉਣ ਤੇ ਚਰਨਜੀਤ ਸਿੰਘ ਚੰਨੀ ਉਸ ਦੇ ਵਿੱਚ ਲਿਪਤ ਨਜ਼ਰ ਆਉਣ। ਗੱਲ ਕਰਾਂਗੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਵੱਡਾ ਬਵਾਲ ਉੱਠਿਆ ਹੈ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਸਮਰਥਨ ਕਰਾਂਗੇ ਦ੍ਰੋਪਦੀ ਮੁਰਮੂ ਦਾ, ਜੋ ਕਿ ਐਨਡੀਏ ਦੇ ਉਮੀਦਵਾਰ ਹੋਣਗੇ। ਇਹ ਪਿਛਲੇ ਦਿਨੀ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨਾਲ ਹੀ ਨਾਲ ਦਲਜੀਤ ਸਿੰਘ ਚੀਮਾ ਜੀ ਜੋ ਬੁਲਾਰੇ ਨੇਗੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਪਾਰਟੀ ਇਸ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਸਮਰਥਨ ਕਰੇਗੀ ਦ੍ਰੋਪਦੀ ਮੁਰਮੂ ਦਾ, ਭਾਵ ਕਿ ਐਨਡੀਏ ਦਾ। ਲੇਕਿਨ ਅੱਜ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਤਾਂ ਇੱਕ ਵੱਡਾ ਖਲਾਰਾ ਆਮ ਆਦਮੀ ਪਾਰਟੀ ਦੇ ਵਿੱਚ ਪਿਆ, ਵੱਡੀ ਬਗਾਵਤ ਪਾਰਟੀ ਦੇ ਵਿੱਚ ਦੇਖਣ ਨੂੰ ਪਈ ਤੇ ਪਾਰਟੀ ਵੱਲੋਂ ਜਿਹੜੀ ਬਗਾਵਤ ਹੋਈ ਆ ਉਹ ਵੀ ਸੀਨੀਅਰ ਲੀਡਰ ਦੇ ਵੱਲੋਂ ਹੋਈ ਹੈ ਤੇ ਮੌਜੂਦਾ ਵਿਧਾਇਕ ਨੇ ਮਨਪ੍ਰੀਤ ਇਆਲੀ, ਉਹਨਾਂ ਦੇ ਵੱਲੋਂ ਇਹ ਬਗਾਵਤੀ ਸੁਰ ਅਪਣਾਏ ਗਏ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦੇ ਅਗੇਂਸਟ ਜਾਂਦੇ ਹੋਏ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕੀਤਾ ਗਿਆ। ਉਹਨਾਂ ਨੇ ਆਪਣੇ ਬਾਈਕਾਟ ਦੇ ਵਿੱਚ ਇਹ ਗੱਲ ਕਹੀ ਕਿ ਹੁਣ ਤੱਕ ਲੰਮੇ ਸਮੇਂ ਤੱਕ ਗਠਬੰਧਨ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ, ਲੇਕਿਨ ਸ਼੍ਰੋਮਣੀ ਅਕਾਲੀ ਦਲ
ਜਿਹੜੇ ਮੁੱਦਿਆਂ ਨੂੰ ਲੈ ਕੇ ਸੱਤਾ ਦੇ ਵਿੱਚ ਹੈ, ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਭਾਜਪਾ ਦੇ ਵੱਲੋਂ। ਉਹਨਾਂ ਨੇ ਗੱਲ ਕਹੀ ਚੰਡੀਗੜ੍ਹ ਦੀ ਗੱਲ ਉਹਨਾਂ ਨੇ ਕੀਤੀ ਕਿ ਚੰਡੀਗੜ੍ਹ ਦਾ ਜਿਹੜਾ ਕਿ ਪੰਜਾਬ ਦਾ ਹਿੱਸਾ ਹੈ ਉਹਨੂੰ ਵੀ ਕੇਂਦਰ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਉਹ ਹਰਿਆਣੇ ਨੂੰ ਸੌਂਪਣ ਦੇ ਲਈ ਘੁੰਮ ਰਹੀ ਹੈ। ਦੂਸਰੇ ਪਾਸੇ ਵਿਧਾਨ ਸਭਾ ਬਣਾਉਣ ਦੇ ਲਈ ਜ਼ਮੀਨਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ। SYL ਦੀ ਗੱਲ ਕਰਦੇ ਹੋਏ ਨਜ਼ਰ ਆਏਗੀ ਪੰਜਾਬ ਦਾ ਪਾਣੀ ਜ਼ਬਰਦਸਤੀ ਦਿੱਲੀ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ, ਜਿਸ ਬਾਤ ਦੇ ਉੱਪਰ ਕੇਂਦਰ ਕੁਝ ਵੀ ਬੋਲਣ ਤੋਂ ਇਨਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਮੁੱਦੇ ਦਾ ਹੱਲ ਕੱਢਣ ਦੇ ਵਿੱਚ ਲੰਮੇ ਸਮੇਂ ਤੋਂ ਭਾਵੇਂ ਕਿ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ, ਭਾਵੇਂ ਕੋਈ ਵੀ ਪਾਰਟੀ ਹੋਵੇ, ਲੇਕਿਨ ਭਾਜਪਾ ਦੇ ਵੱਲੋਂ ਅਜੇ ਤੱਕ ਪੰਜਾਬ ਦੇ ਇਸ ਹੱਕ ਦੇ ਉੱਪਰ ਡਾਕਾ ਲਗਾਤਾਰ ਵੱਜ ਰਿਹਾ। ਤੇ ਨਾਲ ਹੀ ਨਾਲ ਸਿੰਘਾਂ ਦੀ ਰਿਹਾਈ ਬਾਰੇ ਗੱਲ ਕੀਤੀ ਉਹਨਾਂ ਨੇ ਵੀ ਸਿੰਘਾਂ ਦੀ ਰਿਹਾਈ ਦੇ ਬਾਰੇ ਕਦੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੋਈ ਵੀ ਪਹਿਲ ਕਦਮੀ ਨਹੀਂ ਕੀਤੀ ਗਈ ਤੇ ਸਿੰਘਾਂ ਦੀ ਜੋ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹ ਸਿੰਘ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਇਸ ਸੰਬੰਧੀ ਕੋਈ ਵੀ ਕਾਰਵਾਈ ਭਾਰਤੀ ਜਨਤਾ ਪਾਰਟੀ ਨਹੀਂ ਕਰਦੀ ਨਜ਼ਰ ਆ ਰਹੀ ਤੇ ਦੂਸਰੇ ਪਾਸੇ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਦੇ ਉੱਪਰ ਵੀ ਕਟਾਕਸ਼ ਕਰਦੇ ਹੋਏ ਨਜ਼ਰ ਆਏ ਨੇ। ਵੱਡੇ ਇਲਜ਼ਾਮ ਪਾਰਟੀ ਦੀਆਂ ਸੀਨੀਅਰ ਲੀਡਰਸ਼ਿਪ ਦੇ ਉੱਪਰ ਤੇ ਪਾਰਟੀ ਦੇ ਨੀਤੀਆਂ ਤੇ ਲਾਉਂਦੇ ਹੋਏ ਨਜ਼ਰ ਆਏ। ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹਨਾਂ ਨੂੰ ਇਸ ਸਮਰਥਨ ਸੰਬੰਧੀ ਪੁੱਛਿਆ ਤੱਕ ਨਹੀਂ ਗਿਆ, ਭਾਵੇਂ ਕਿ ਉਹ ਪਾਰਟੀ ਦੇ ਸੀਨੀਅਰ ਲੀਡਰ ਨੇ, ਆਗੂ ਨੇ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ, ਲੇਕਿਨ ਇਹ ਸਮਰਥਨ ਦੇਣ ਤੋਂ ਪਹਿਲਾਂ ਇੱਕ ਵਾਰ ਵੀ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਸੋ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ NDA ਦਾ ਜੋ ਸਮਰਥਨ ਹੈ ਉਹ ਨਹੀਂ ਕੀਤਾ, ਬਾਈਕਾਟ ਕੀਤਾ। ਉਹ ਦੂਸਰੇ ਪਾਸੇ ਕਹਿੰਦੇ ਨਜ਼ਰ ਆਏ ਨੇ ਕਿ ਦ੍ਰੋਪਦੀ ਮੁਰਮੂ ਜਿਹੜੇ ਕਿ ਅਨੁਸੂਚਿਤ ਕਬੀਲਿਆਂ ਨੂੰ ਬਿਲੋਂਗ ਕਰਦੇ ਨੇ ਉਹ ਉਹਨਾਂ ਦੀ ਇੱਜ਼ਤ ਕਰਦੇ ਨੇ, ਇਸ ਗੱਲ ਦੀ ਸ਼ਲਾਘਾ ਵੀ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੀ ਕਿ ਉਹ ਪਛੜੇ ਹੋਏ ਵਰਗਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਉਹ ਨਿਰਾਸ਼ ਨੇ, ਹਤਾਸ਼ ਨੇ, ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਤੇ ਦੂਸਰੇ ਆਪਣੀ ਪਾਰਟੀ ਦੇ ਉੱਪਰ ਵੀ ਕਟਾਕਸ਼ ਕਰਦੇ ਹੋਏ ਨਜ਼ਰ ਆਏ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਸਮਰਥਨ ਦੇਣ ਤੋਂ ਪਹਿਲਾਂ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਡੀਲ ਕੀਤਾ ਗਿਆ ਸੀ, ਕਿ ਆਪਣੀਆਂ ਮੰਗਾਂ ਰੱਖੀਆਂ ਗਈਆਂ ਸੀ, ਕਿ ਆਸ਼ਵਾਸਨ ਮਿਲਿਆ ਸੀ ਕੋਈ SYL ਦੇ ਉੱਪਰ, ਕੋਈ ਚੰਡੀਗੜ੍ਹ ਦੇ ਉੱਪਰ, ਜਾਂ ਫਿਰ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕੀਤੀ ਗਈ ਕਿ ਗੱਲਬਾਤ ਦੌਰਾਨ ਕੋਈ ਆਸ਼ਵਾਸਨ ਮਿਲਿਆ, ਜਾਂ ਫਿਰ ਸਿਰਫ ਔਰ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੁੰਦੇ ਹੋਏ ਪਾਰਟੀ ਦੇ ਵੱਲੋਂ ਸਮਰਥਨ ਦੀ ਹਾਮੀ ਭਰ ਦਿੱਤੀ ਗਈ ਹੈ। ਸੋ ਵੱਡਾ ਭੁਚਾਲ ਸੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਚਿੰਗਾਰੀਆਂ, ਛੋਟੇ ਚਿੰਗਾਰੀਆਂ ਪ੍ਰਧਾਨਗੀ ਦੀ ਕੁਰਸੀ ਦੇ ਖਿਲਾਫ ਉੱਠਦੀਆਂ ਨਜ਼ਰ ਆਈਆਂ ਸੀਆਂ, ਹੁਣ ਇਹ ਵੱਡਾ ਜੋ ਬਲਾਸਟ ਹੋਇਆ ਉਹ ਪ੍ਰਧਾਨਗੀ ਦੀ ਕੁਰਸੀ ਨੂੰ ਹਿਲਾ ਕੇ ਰੱਖ ਦੇਵੇ। ਕਿਉਂਕਿ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ ਇਹ ਗੱਲ ਵੀ ਸਾਫ਼ ਕਹਿੰਦੇ ਨਜ਼ਰ ਆਏ ਨੇ ਕਿ ਲੀਡਰਸ਼ਿਪ ਦੇ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ। ਸਾਨੂੰ ਸਮੁੱਚੀ ਲੀਡਰਸ਼ਿਪ ਦੇ ਵਿੱਚ ਬਦਲਾਅ ਕਰਨੇ ਪੈਣੇ ਨੇ ਜੇਕਰ ਅਕਾਲੀ ਦਲ ਜਿਹੜਾ ਕਿ ਹਾਸ਼ੀਏ ਤੇ ਪਹੁੰਚ ਚੁੱਕਿਆ ਤੇ ਬਿਲਕੁਲ ਰਾਜਨੀਤੀ ਤੋਂ ਬਾਹਰ ਹੋਣ ਦੀ ਕਗਾਰ ਤੇ ਪੁੱਜ ਗਿਆ। ਕਿਉਂਕਿ ਸਿਰਫ ਔਰ ਸਿਰਫ 2 MLA ਲਗਾਤਾਰ 10 ਸਾਲ ਤੱਕ ਉਹ ਪਾਰਟੀ ਜਿਹਨੇ ਸ਼ਾਸਨ ਕੀਤਾ ਸੀ ਇਸ ਹਾਲਤ ਤੱਕ ਪੁੱਜ ਗਈ ਹੈ ਕਿ ਉਹਨਾਂ ਦੇ ਸਿਰਫ 2 MLA ਵਿਧਾਨ ਸਭਾ ਦੇ ਵਿੱਚ ਬੈਠ ਰਹੇ ਨੇ। ਸੋ ਵੱਡਾ ਵਿਦਰੋਹ, ਵੱਡਾ ਆਪਾਂ ਕਹੀਏ ਬਲਾਸਟ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਇਆ, ਜਿਸ ਤੋਂ ਲੱਗ ਰਿਹਾ, ਸਾਫ਼ ਲੱਗ ਰਿਹਾ ਕਿ ਪ੍ਰਧਾਨਗੀ ਦੀ ਕੁਰਸੀ ਜ਼ਰੂਰ ਹਿੱਲੇਗੀ ਤੇ ਨਵਾਂ ਪ੍ਰਧਾਨ, ਜੇਕਰ ਪਾਰਟੀ ਨੇ ਸਰਵਾਈਵ ਕਰਨਾ ਤਾਂ ਨਵਾਂ ਪ੍ਰਧਾਨ ਜ਼ਰੂਰ ਲਾਉਣਾ ਪਏਗਾ। ਸੋ ਇਹ ਅਹਿਮ ਖਬਰਾਂ ਸੀ। ਤੁਹਾਨੂੰ ਇਹ ਖਬਰਾਂ ਕਿਵੇਂ ਲੱਗੀਆਂ? ਤੁਹਾਨੂੰ ਕੀ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਕੋਈ ਵੱਡਾ ਬਲਾਸਟ ਹੋਰ ਹੁੰਦਾ ਨਜ਼ਰ ਆਏਗਾ? ਕਿ ਅਕਾਲੀ ਦਲ ਇਹਨਾਂ ਬਿਆਨਾਂ ਤੋਂ ਉੱਭਰ ਪਾਏਗਾ ਕਿ ਕਿਸੇ ਤਰੀਕੇ ਦੇ ਨਾਲ ਮਨਪ੍ਰੀਤ ਇਆਲੀ ਨੂੰ ਸ਼ਾਂਤ ਕਰ ਦਿੱਤਾ ਜਾਏਗਾ, ਜਾਂ ਫਿਰ ਅੱਜ ਜੋ ਚਿੰਗਾਰੀ ਇਸ ਬਿਆਨਾਂ ਦੇ ਨਾਲ, ਮਨਪ੍ਰੀਤ ਇਆਲੀ ਦੇ ਬਿਆਨਾਂ ਦੇ ਨਾਲ ਅਕਾਲੀ ਦਲ ਦੇ ਵਿੱਚ ਉੱਠੀ ਹੈ ਕਿ ਇਹ ਵੱਡਾ ਬਲਾਸਟ ਕਰੇਗੀ, ਵੱਡਾ ਤੂਫਾਨ ਉੱਠੇਗਾ ਜਿਸ ਦੇ ਵਿੱਚ ਬਾਦਲ ਪਰਿਵਾਰ ਉੱਡਦਾ ਹੋਇਆ ਨਜ਼ਰ ਆਏਗਾ। ਤੁਹਾਨੂੰ ਇੱਕ ਪ੍ਰੋਗਰਾਮ ਕਿਵੇਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ 'ਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦੇ ਇਜਾਜ਼ਤ। ਧੰਨਵਾਦ।